ਯਿਸੂ ਨੇ ਸ਼ਾਗਿਰਦਾਂ ਨੂੰ ਪਹਿਲੇ ਹੀ ਦੱਸ ਦਿੱਤਾ ਸੀ ਕਿ ਉਹਦਾ ਦੁੱਖ ਸਹਿਣਾ ਤੇ ਮਰਨਾ ਜ਼ਰੂਰ ਹੈ, ਪਰ ਉਹ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠੇਗਾ। ਇਹਦੇ ਫਸਹ ਦੇ ਵੇਲੇ ਜਦੋਂ ਉਹ ਉਹਨਾਂ ਦੇ ਨਾਲ ਖਾਣਾ ਖਾਵਣ ਡਿਆ ਸੀ ਤੇ ਉਹਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਪਕੜਵਾਵੇਗਾ ਤੇ ਨਾਲੇ ਉਸੇ ਰਾਤ ਉਹਨੂੰ ਕਤਲ ਵਾਸਤੇ ਹਵਾਲੇ ਕਰੇਗਾ। ਉਹ ਸਭ ਹੈਰਾਨ ਹੋ ਗਏ ਤੇ ਆਪਸ ਵਿੱਚ ਇਹ ਗੱਲ ਕਰਨ ਲੱਗੇ ਕਿ ਉਹ ਕਿਹੜਾ ਏ ਜਿਹੜਾ ਉਹਨੂੰ ਪਕੜਵਾਏਗਾ। ਉਹਨਾਂ ਨੂੰ ਉਸ ਵੇਲੇ ਸਮਝ ਨਾ ਆਈ ਕਿ ਉਹ ਯਹੂਦਾ ਅਸਕਰਯੂਤੀ ਦੇ ਬਾਰੇ ਵਿੱਚ ਗੱਲ ਕਰਨ ਡਿਆ ਹੈ। ਰਾਤੀ ਖਾਣੇ ਤੋਂ ਬਾਅਦ ਯਿਸੂ ਆਪਣੇ ਸ਼ਾਗਿਰਦਾਂ ਦੇ ਨਾਲ ਜ਼ੈਤੂਨ ਦੇ ਬਾਗ ਵਿੱਚ ਦੁਆ ਕਰਨ ਵਾਸਤੇ ਗਿਆ। ਉਸੇ ਵੇਲੇ ਯਹੂਦਾ ਲੋਕਾਂ ਦੇ ਇੱਕ ਗਰੋਹ ਦੇ ਨਾਲ ਆਇਆ ਜਿਨ੍ਹਾਂ ਦੇ ਕੋਲ ਤਲਵਾਰਾਂ ਤੇ ਡਾਂਗਾਂ ਸਨ। ਫਰੀਸੀਆਂ ਤੇ ਸਰਦਾਰ ਕਾਹਨਾਂ ਨੇ ਉਹਨਾਂ ਨੂੰ ਭੇਜਿਆ ਸੀ। ਯਹੂਦਾ ਯਿਸੂ ਦੇ ਕੋਲ ਆਇਆ ਤੇ ਉਹਨੂੰ ਚੁੰਮਿਆ। ਉਹਨੇ ਫੜਨ ਵਾਲਿਆਂ ਨੂੰ ਇਹ ਨਿਸ਼ਾਨ ਦਿੱਤਾ ਸੀ। ਉਹ ਉਹਨੂੰ ਫੜ ਕੇ ਮਜ਼ਹਬੀ ਸਰਦਾਰਾਂ ਦੇ ਕੋਲ ਲੈ ਗਏ। ਉਹ ਕੋਈ ਇਲਜ਼ਾਮ ਲੱਭਣ ਲੱਗੇ ਜਿਹੜਾ ਉਹਦੇ ਉੱਤੇ ਲਾ ਕੇ ਉਹਨੂੰ ਕਤਲ ਵਾਸਤੇ ਹਵਾਲੇ ਕਰਨ। ਸਰਦਾਰ ਕਾਹਨ ਯਿਸੂ ਨੂੰ ਪੁੱਛਣ ਲੱਗਾ ਕਿ ਕੀ ਤੂੰ ਮਸੀਹਾ ਹੈ, ਇਬਨੇ ਖੁਦਾ? ਯਿਸੂ ਨੇ ਫਰਮਾਇਆ, ਹਾਂ, ਜਿਸ ਤਰ੍ਹਾਂ ਤੂੰ ਆਖਿਆ ਏ ਮੈਂ ਹੈ ਵਾਂ। ਸਰਦਾਰ ਕਾਹਨ ਸ਼ੋਰ ਸ਼ਰਾਬਾ ਪਾਵਨ ਲੱਗੇ ਤੇ ਨਾਲੇ ਆਖਿਆ ਕਿ ਇਹ ਗੁਸਤਾਖ ਏ, ਇਹਨੂੰ ਮੌਤ ਦਿੱਤੀ ਜਾਵੇ। ਇਸ ਵਾਸਤੇ ਉਹ ਉਹਨੂੰ ਹੁਕਮਰਾਨਾਂ ਦੇ ਕੋਲ ਲੈ ਗਏ ਤੇ ਉਹਦੇ ਤੇ ਇਲਜ਼ਾਮ ਲਾਇਆ ਕਿ ਇਹ ਲੋਕਾਂ ਨੂੰ ਰੋਮੀ ਹਕੂਮਤ ਦੇ ਖਿਲਾਫ ਭੜਕਾਉਂਦਾ ਏ ਤੇ ਆਪਣੇ ਆਪ ਨੂੰ ਯਹੂਦੀਆਂ ਦਾ ਬਾਦਸ਼ਾਹ ਆਖਦਾ ਏ। ਜਿਸ ਵੇਲੇ ਯਿਸੂ ਨੇ ਕਿਸੇ ਵੀ ਸਵਾਲ ਦਾ ਜਵਾਬ ਨਾ ਦਿੱਤਾ ਤੇ ਹੁਕਮਰਾਨ ਨੇ ਉਹਨੂੰ ਧਮਕਾਇਆ ਤੇ ਨਾਲੇ ਪੁੱਛਿਆ ਕਿ ਤੂੰ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ, ਕਿ ਤੈਨੂੰ ਨਹੀਂ ਪਤਾ ਕਿ ਮੇਰੇ ਕੋਲ ਇਖਤਿਆਰ ਏ ਕਿ ਤੈਨੂੰ ਛੱਡ ਦੇਵਾਂ ਜਾਂ ਮਸਲੂਬ ਕਰਾ ਦੇਵਾਂ। ਯਿਸੂ ਨੇ ਜਵਾਬ ਦਿੱਤਾ ਕਿ ਕਿਸੇ ਨੂੰ ਵੀ ਇਖਤਿਆਰ ਨਹੀਂ ਹੈ ਕਿ ਮੇਰੀ ਜਾਨ ਲਵੇ। ਮੈਂ ਆਪਣੀ ਮਰਜ਼ੀ ਦੇ ਨਾਲ ਆਪਣੀ ਹਯਾਤੀ ਦੇਵਣ ਡਿਆ ਵਾਂ। ਹੁਕਮਰਾਨ ਨੇ ਉਸ ਵਿੱਚ ਕੋਈ ਕਸੂਰ ਨਾ ਵੇਖਿਆ, ਪਰ ਜਦੋਂ ਉਹਨੇ ਲੋਕਾਂ ਨੂੰ ਇਹ ਆਖਦੇ ਸੁਣਿਆ ਕਿ ਇਹਨੂੰ ਸਲੀਬ ਦੇ, ਇਹਨੂੰ ਸਲੀਬ ਦੇ, ਤੇ ਉਹਨੇ ਯਿਸੂ ਨੂੰ ਉਹਨਾਂ ਦੇ ਹਵਾਲੇ ਕੀਤਾ ਤੇ ਨਾਲੇ ਆਖਿਆ ਕਿ ਮੈਂ ਇਸ ਬੇਗੁਨਾਹ ਦੇ ਖੂਨ ਤੋਂ ਪਾਕ ਹਾਂ। ਸਿਪਾਹੀਆਂ ਨੇ ਉਹਨੂੰ ਫੜਿਆ ਤੇ ਉਹਨੂੰ ਕੋੜੇ ਮਾਰੇ ਤੇ ਉਹਦੇ ਉੱਤੇ ਥੁੱਕਿਆ। ਫਿਰ ਉਹਨਾਂ ਨੇ ਉਹਦੇ ਉੱਤੇ ਸਲੀਬ ਰੱਖੀ ਤੇ ਉਹ ਸ਼ਹਿਰ ਵਿੱਚੋਂ ਲੰਘਦਾ ਹੋਇਆ ਉੱਥੇ ਅਪੜਿਆ ਜਿੱਥੇ ਉਹਨੂੰ ਸਲੀਬ ਦੇਣੀ ਸੀ। ਸਾਰੇ ਰਾਹ ਵਿੱਚ ਸਾਰੇ ਲੋਕੀ ਉਹਦੇ ਪਿੱਛੇ ਪਿੱਛੇ ਹੋ ਲਿੱਤੇ ਤੇ ਬੜੀਆਂ ਸਾਰੀਆਂ ਔਰਤਾਂ ਰੋਂਦੀਆਂ ਤੇ ਮਾਤਮ ਕਰਦੀਆਂ ਹੋਈਆਂ ਉਹਦੇ ਪਿੱਛੇ ਆਵਣ ਡਈਆਂ ਸਨ। ਜਿਸ ਵੇਲੇ ਉਹ ਉੱਥੇ ਅਪੜ ਗਏ ਤੇ ਉਹਨਾਂ ਨੇ ਉੱਥੇ ਉਹਨੂੰ ਸਲੀਬ ਤੇ ਹੱਥਾਂ ਤੇ ਪੈਰਾਂ ਵਿੱਚ ਕਿੱਲ ਠੋਕ ਕੇ ਜੜ ਦਿੱਤਾ ਤੇ ਨਾਲੇ ਉਹਨਾਂ ਨੇ ਇੱਕ ਤਖਤੀ ਲਖਵਾ ਕੇ ਸਲੀਬ ਉੱਤੇ ਲਾ ਦਿੱਤੀ ਕਿ ਯਹੂਦੀਆਂ ਦਾ ਬਾਦਸ਼ਾਹ। ਲੋਕੀ ਤੇ ਨਾਲੇ ਸਿਪਾਹੀ ਵੀ ਉਹਦੇ ਉੱਤੇ ਚੀਕਣ ਡੇ ਸਨ, ਨਾਲੇ ਉਹਨੂੰ ਗੱਲਾਂ ਸੁਣਾਵਣ ਡੇ ਸਨ ਤੇ ਉਹਦੀ ਬੇਇੱਜ਼ਤੀ ਕਰਨ ਡੇ ਸਨ। ਪਰ ਮਸੀਹ ਨੇ ਆਪਣਾ ਸਿਰ ਅਸਮਾਨ ਵੱਲ ਚੁੱਕਿਆ ਤੇ ਫਰਮਾਇਆ, ਐ ਬਾਪ, ਇਹਨਾਂ ਨੂੰ ਮੁਆਫ ਕਰ ਦੇ, ਇਸ ਵਾਸਤੇ ਕਿ ਇਹ ਨਹੀਂ ਜਾਣਦੇ ਕਿ ਕੀ ਕਰਦੇ ਨੇ। ਦੋ ਡਾਕੂਆਂ ਵਿੱਚੋਂ ਇੱਕ ਨੇ ਜਿਹੜੇ ਉਹਦੇ ਨਾਲ ਮਸਲੂਬ ਕੀਤੇ ਗਏ ਸਨ ਉਹਨੂੰ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਆਖਣ ਲੱਗਾ ਕਿ ਕੀ ਤੂੰ ਮਸੀਹ ਨਹੀਂ ਹੈ? ਤੂੰ ਆਪਣੇ ਆਪ ਨੂੰ ਵੀ ਬਚਾ ਤੇ ਨਾਲੇ ਸਾਨੂੰ ਵੀ। ਪਰ ਦੂਜੇ ਡਾਕੂ ਨੇ ਉਹਨੂੰ ਚੁੱਪ ਕਰਵਾਇਆ ਤੇ ਆਖਿਆ, ਕੀ ਤੂੰ ਖੁਦਾ ਕੋਲੋਂ ਨਹੀਂ ਡਰਦਾ? ਅਸੀਂ ਤੇ ਇਸ ਸਜ਼ਾ ਦੇ ਲਾਇਕ ਸਾਂ ਜਿਹੜੀ ਸਾਨੂੰ ਮਿਲੀ ਏ, ਪਰ ਇਸਨੇ ਤੇ ਕੋਈ ਵੀ ਗੁਨਾਹ ਨਹੀਂ ਕੀਤਾ ਸੀ। ਫਿਰ ਉਹਨੇ ਯਿਸੂ ਵੱਲ ਮੁੜ ਕੇ ਆਖਿਆ, ਜਦੋਂ ਤੂੰ ਆਪਣੀ ਬਾਦਸ਼ਾਹੀ ਵਿੱਚ ਜਾਵੇਂ ਤੇ ਮੈਨੂੰ ਯਾਦ ਕਰੀਂ। ਯਿਸੂ ਨੇ ਫਰਮਾਇਆ, ਤੂੰ ਅੱਜ ਹੀ ਮੇਰੇ ਨਾਲ ਬਹਿਸ਼ਤ ਵਿੱਚ ਹੋਵੇਂਗਾ। ਤੇ ਦੁਪਹਿਰ ਵੇਲੇ ਸੂਰਜ ਛੁਪ ਗਿਆ ਤੇ ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ। ਯਿਸੂ ਨੇ ਉੱਚੀ ਆਵਾਜ਼ ਵਿੱਚ ਪੁਕਾਰ ਕੇ ਆਖਿਆ, ਐ ਬਾਪ, ਮੈਂ ਆਪਣੀ ਰੂਹ ਤੇਰੇ ਹੱਥਾਂ ਵਿੱਚ ਸੌਂਪਨਾ ਵਾਂ। ਇਹ ਫਰਮਾ ਕੇ ਉਹਨੇ ਆਪਣੀ ਜਾਨ ਦੇ ਦਿੱਤੀ। ਉਸੇ ਵੇਲੇ
ਇੱਕ ਵੱਡਾ ਭੁੰਚਾਲ ਆਇਆ ਤੇ ਨਾਲੇ ਹੈਕਲ ਦਾ ਪਰਦਾ ਉੱਤੋਂ ਲੈ ਕੇ ਥੱਲੇ ਤੱਕ ਪਾਟ ਗਿਆ। ਯਹੂਦੀਆਂ ਨੇ ਯਿਸੂ ਤੇ ਇੱਕ ਫਤਵਾ ਇਹ ਵੀ ਲਾਇਆ ਸੀ ਕਿ ਉਹਨੇ ਆਪਣੇ ਆਪ ਨੂੰ ਇਬਨੇ ਖੁਦਾ ਆਖਿਆ ਏ। ਉਹਨਾਂ ਨੇ ਇਹ ਗੱਲ ਜਿਸਮਾਨੀ ਲਿਹਾਜ਼ ਦੇ ਨਾਲ ਸਮਝੀ ਸੀ ਕਿ ਉਹਨਾਂ ਦਾ ਇਹ ਸਮਝਣਾ ਠੀਕ ਸੀ। ਯਿਸੂ ਦੇ ਕੋਲ ਇਹ ਇਖਤਿਆਰ ਮੌਜੂਦ ਸੀ ਕਿ ਉਹ ਸਲੀਬੀ ਮੌਤ ਤੋਂ ਬਚ ਜਾਂਦਾ। ਤੁਹਾਡੇ ਮੁਤਾਬਿਕ ਉਹਨੇ ਸਲੀਬੀ ਮੌਤ ਕਿਉਂ ਕਬੂਲ ਕੀਤੀ? ਸਾਨੂੰ ਇਹ ਗੱਲ ਕਿਵੇਂ ਪਤਾ ਚੱਲਦੀ ਏ ਕਿ ਯਿਸੂ ਦੀ ਸਲੀਬੀ ਮੌਤ ਕੋਈ ਹਾਦਸਾ ਨਹੀਂ ਸੀ? ਯਿਸੂ ਨੇ ਕਿਸ ਵਜ੍ਹਾ ਤੋਂ ਡਾਕੂ ਨੂੰ ਆਖਿਆ ਕਿ ਤੂੰ ਅੱਜ ਹੀ ਮੇਰੇ ਨਾਲ ਬਹਿਸ਼ਤ ਵਿੱਚ ਹੋਵੇਂਗਾ, ਜਦੋਂ ਕਿ ਉਹਦੇ ਕੋਲ ਇੰਨਾ ਵੀ ਵੇਲਾ ਨਹੀਂ ਸੀ ਕਿ ਉਹ ਕੋਈ ਚੰਗਾ ਕੰਮ ਕਰਕੇ ਖੁਦਾ ਨੂੰ ਖੁਸ਼ ਕਰਦਾ? ਤੁਹਾਨੂੰ ਇਸ ਤੋਂ ਕੀ ਪਤਾ ਚੱਲਦਾ ਏ?